ਪਹਿਲਾਂ ਹੀ ਕਹਿ ਰਹੀ ਹਾਂ, ਕਮਜ਼ੋਰ ਦਿਲ ਰੱਖਦੇ ਹੋ ਤਾਂ ਵੀਡੀਓ ਬੰਦ ਕਰ ਦਿਓ ਹੁਣੇ ਹੀ। ਭਾਵੇਂ ਤੁਸੀਂ ਆਪਣੇ ਇਸ ਚੈਨਲ ਨੂੰ ਰੈਗੂਲਰ ਦੇਖਦੇ ਹੋ, ਪਰ ਜੇ ਨਹੀਂ ਜੀ ਮਨ ਖਰਾਬ ਕਰਨ ਦਾ ਤਾਂ ਰਹਿਣ ਦਿਓ, ਛੱਡ ਦਿਓ। ਇੱਕ ਬੜੀ ਹੀ ਪਿਆਰੀ ਜਿਹੀ ਕੁੜੀ ਜੋ ਮੁਸਕਰਾਉਂਦੀ ਰਹੀ ਜਦੋਂ ਤੱਕ ਕਿ ਉਸਦੇ ਆਖਰੀ ਸਾਹ ਵੀ ਚੁੱਪ ਨਹੀਂ ਹੋ ਗਏ। ਵਿਦੇਸ਼ ਵਿੱਚ ਵਸੇ ਇੱਕ ਭਾਰਤੀ ਪਰਿਵਾਰ ਦੀ ਜ਼ਿੰਦਗੀ ਅਚਾਨਕ ਟੁੱਟ ਕੇ ਵਿਖਰ ਗਈ ਸੀ ਜਦੋਂ ਕੇਰਲ ਦੀ ਇੱਕ ਕੁੜੀ ਦੀ ਸ਼ਾਰਜਾ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਕੁੜੀ ਦਾ ਨਾਮ ਅਥੁਲਿਆ ਸ਼ੇਖਰ ਸੀ ਅਤੇ ਹੁਣ ਇਸ ਦਰਦਨਾਕ ਘਟਨਾ ਵਿੱਚ ਉਸਦੇ ਪਤੀ ਸਤੀਸ਼ ਸ਼ੰਕਰ ਨੇ ਜੋ ਕਬੂਲ ਕੀਤਾ ਸੀ, ਇਸ ਨਾਲ ਸਭ ਦਹਿਲ ਗਏ ਸਨ, ਕੰਬ ਗਏ ਸਨ। ਯਕੀਨ ਮੰਨੋ ਇਹ ਕੇਸ ਹਿਲਾ ਕੇ ਰੱਖ ਦੇਣ ਵਾਲਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ ਕੌਰ। ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ। ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸਾਲ 1995 ਕੇਰਲ ਦੇ ਕੋਲਮ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ, ਉੱਥੇ ਇੱਕ ਆਮ ਜਿਹੇ ਘਰ ਵਿੱਚ ਜੰਮੀ ਸੀ ਅਥੁਲਿਆ ਸ਼ੇਖਰ। ਉਸ ਵਕਤ ਕਿਸੇ ਨੇ ਨਹੀਂ ਸੋਚਿਆ ਸੀ ਕਿ ਮਾਸੂਮ ਜੀ ਜਵਾਕੜੀ ਇੱਕ ਦਿਨ ਅਜਿਹੀ ਕਹਾਣੀ ਦਾ ਹਿੱਸਾ ਬਣੇਗੀ ਜਿਸ ਨੂੰ ਸੁਣ ਕੇ ਪੂਰਾ ਦੇਸ਼ ਸੁੰਨ ਹੋ ਜਾਏਗਾ। ਅਥੁਲਿਆ ਦਾ ਬਚਪਨ ਬਿਲਕੁਲ ਆਮ ਸੀ, ਆਮ ਬੱਚਿਆਂ ਦੀ ਤਰ੍ਹਾਂ ਹਸਮੁਖ, ਸ਼ਰਾਰਤੀ, ਪੜ੍ਹਾਈ 'ਚ ਓਕੇ ਪਰ ਫਿਰ ਵੀ ਐਂਬੀਸ਼ੀਅਸ। ਉਹ ਅਕਸਰ ਕਹਿੰਦੀ ਹੁੰਦੀ ਸੀ ਕਿ ਮੈਨੂੰ ਆਪਣੀ ਪੜ੍ਹਾਈ ਪੂਰੀ ਕਰਨੀ ਹੈ, ਆਪਣੇ ਪੈਰਾਂ ਤੇ ਖੜਾ ਹੋਣਾ ਹੈ, ਇੰਡੀਪੈਂਡੈਂਟ ਬਣਨਾ ਹੈ। ਉਸਦੇ ਮਾਤਾ-ਪਿਤਾ ਨੂੰ ਵੀ ਆਪਣੀ ਧੀ ਤੇ ਮਾਣ ਸੀ। ਉਹ ਵੀ ਇਹੀ ਚਾਹੁੰਦੇ ਸਨ ਕਿ ਉਹ ਅੱਗੇ ਵਧੇ, ਕੁਝ ਬਣੇ। ਪਰ ਕੇਰਲ ਦੇ ਛੋਟੇ ਕਸਬਿਆਂ ਦੀ ਹਵਾ ਵਿੱਚ ਹੁਣ ਵੀ ਪੁਰਾਣੇ ਖਿਆਲਾਂ ਦੀ ਖੁਸ਼ਬੂ ਸੀ, ਜਿੱਥੇ ਧੀਆਂ ਦੀ ਜ਼ਿੰਦਗੀ ਦੀ ਇੱਕ ਤੈਅ ਲਕੀਰ ਖਿੱਚ ਦਿੱਤੀ ਜਾਂਦੀ ਹੈ। ਸਕੂਲ ਖਤਮ ਹੁੰਦਿਆਂ ਹੀ ਸਮਾਜ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਤਾਂ ਕੁੜੀ ਵੱਡੀ ਹੋ ਗਈ ਹੈ, ਵਿਆਹ ਦੀ ਗੱਲ ਸੋਚਣੀ ਚਾਹੀਦੀ ਹੈ। ਅਥੁਲਿਆ ਨੇ ਜਦੋਂ ਕਾਲਜ ਵਿੱਚ ਦਾਖਲੇ ਦਾ ਸੁਪਨਾ ਦੇਖਿਆ ਹੀ ਸੀ ਕਿ ਘਰ ਵਿੱਚ ਵਿਆਹ ਦੀ ਚਰਚਾ ਸ਼ੁਰੂ ਹੋ ਗਈ। ਉਸਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਦੀਆਂ ਉਮੀਦਾਂ ਤੇ ਸਮਾਜ ਦਾ ਦਬਾਅ ਉਸਦੇ ਸੁਪਨਿਆਂ ਤੇ ਭਾਰੀ ਪੈ ਗਿਆ ਤੇ ਇੱਥੋਂ ਹੀ ਉਸਦੀ ਜ਼ਿੰਦਗੀ ਦਾ ਦੂਜਾ ਚੈਪਟਰ ਸ਼ੁਰੂ ਹੋਇਆ, ਜਿਸ ਦਾ ਨਾਂ ਸੀ ਸਤੀਸ਼ ਸ਼ੰਕਰ। ਸਤੀਸ਼ ਵੀ ਕੋਲਮ ਦਾ ਹੀ ਰਹਿਣ ਵਾਲਾ ਸੀ, ਇੱਕ ਮਿਡਲ ਕਲਾਸ ਪਰਿਵਾਰ ਤੋਂ, ਸੁਪਨਿਆਂ ਵਿੱਚ ਵਿਦੇਸ਼ ਜਾਣ ਦੀ ਤਮੰਨਾ ਰੱਖਣ ਵਾਲਾ। ਸ਼ੁਰੂ ਵਿੱਚ ਸਭ ਕੁਝ ਠੀਕ ਲੱਗਾ, ਦੋਵਾਂ ਦਾ ਵਿਆਹ ਹੋਇਆ, ਰਿਸ਼ਤੇਦਾਰਾਂ ਨੇ ਆਸ਼ੀਰਵਾਦ ਦਿੱਤੇ, ਅਥੁਲਿਆ ਦੀ ਜ਼ਿੰਦਗੀ ਇੱਕ ਨਵੀਂ ਦਿਸ਼ਾ ਵੱਲ ਵੱਧ ਚੱਲੀ। ਪਰ ਕਿਸ ਨੂੰ ਪਤਾ ਸੀ ਕਿ ਇਹੀ ਰਿਸ਼ਤਾ ਅੱਗੇ ਚੱਲ ਕੇ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਗ੍ਰਹਿਣ ਬਣ ਜਾਏਗਾ। ਉਸਦੇ ਕਮਰੇ ਦੀਆਂ ਦੀਵਾਰਾਂ ਤੇ ਹਮੇਸ਼ਾ ਗਲਫ ਕੰਟਰੀ ਦੇ ਪੋਸਟਰ ਲੱਗੇ ਹੁੰਦੇ ਸਨ, ਮੁੰਡੇ ਦੇ। ਚਮਚਮਾਉਂਦੇ ਟਾਵਰ, ਚੌੜੀਆਂ ਸੜਕਾਂ, ਉੱਚੇ ਸੁਪਨਿਆਂ ਨਾਲ ਭਰੀ ਜ਼ਿੰਦਗੀ। ਸਤੀਸ਼ ਇਹਨਾਂ ਤਸਵੀਰਾਂ ਦੇ ਵਿੱਚ ਆਪਣਾ ਭਵਿੱਖ ਦੇਖਦਾ ਸੀ। ਉਹ ਦਿਨ ਰਾਤ ਇਹੀ ਸੋਚਦਾ ਸੀ ਕਿ ਇੱਕ ਦਿਨ UAE ਜਾਏਗਾ, ਵੱਡੀ ਜੌਬ ਕਰੇਗਾ ਤੇ ਆਪਣੀ ਫੈਮਿਲੀ ਨੂੰ ਦਿਖਾਏਗਾ ਕਿ ਉਹ ਸਫਲ ਹੋ ਚੁੱਕਾ ਹੈ। ਸਾਲਾਂ ਦੀ ਮਿਹਨਤ ਅਤੇ ਸਟਰਗਲ ਦੇ ਬਾਅਦ ਆਖਰਕਾਰ ਉਹ ਦਿਨ ਆ ਹੀ ਗਿਆ। ਸਤੀਸ਼ ਨੂੰ ਸ਼ਾਰਜਾ ਵਿੱਚ ਸਾਈਟ ਇੰਜੀਨੀਅਰ ਦੇ ਤੌਰ ਤੇ ਨੌਕਰੀ ਮਿਲ ਗਈ। ਹੁਣ ਉਸਦੀ ਦੁਨੀਆ ਟਾਲ ਬਿਲਡਿੰਗਸ, ਹੈਵੀ ਮਸ਼ੀਨਾਂ ਤੇ ਕੰਮ ਵਿੱਚ ਡੁੱਬੇ ਵਰਕਰਸ ਦੇ ਵਿੱਚ ਵਸ ਗਈ ਸੀ। ਉਥੋਂ ਦੀ ਲਸ਼ਕੀਲੀ ਜ਼ਿੰਦਗੀ ਹੁਣ ਤਾਂ ਜ਼ਿੰਦਗੀ ਬਣ ਗਈ ਵਾਲੀ ਫੀਲਿੰਗ, ਇਸ ਸਭ ਨੇ ਉਸਨੂੰ ਪੂਰੀ ਤਰ੍ਹਾਂ ਵਸ ਵਿੱਚ ਕਰ ਲਿਆ ਸੀ। ਇਸੇ ਦੌਰਾਨ ਦੋਵੇਂ ਫੈਮਿਲੀਜ਼ ਦਾ ਸੰਪਰਕ ਹੋਇਆ, ਗੱਲ ਅੱਗੇ ਵਧੀ ਤੇ ਜਲਦੀ ਹੀ ਰਿਸ਼ਤਾ ਤੈਅ ਹੋ ਗਿਆ। ਅਥੁਲਿਆ ਦੇ ਘਰ ਵਾਲਿਆਂ ਨੇ ਜਦੋਂ ਸੁਣਿਆ ਕਿ ਲਾੜਾ ਗਲਫ ਵਿੱਚ ਸੈਟਲ ਹੈ ਤੇ ਚੰਗੀ ਸੈਲਰੀ ਕਮਾਉਂਦਾ ਹੈ, ਤਾਂ ਉਹਨਾਂ ਨੂੰ ਲੱਗਿਆ ਕਿ ਹੁਣ ਸਾਡੀ ਧੀ ਦੀ ਜ਼ਿੰਦਗੀ ਸਕੂਨ ਨਾਲ ਗੁਜ਼ਰੇਗੀ। ਸਭ ਕੁਝ ਸਹੀ ਲੱਗ ਰਿਹਾ ਸੀ। ਇੱਕ ਸਿੱਧੀ ਸਾਦੀ ਅਰੇਂਜ ਮੈਰਿਜ ਹੋ ਜਾਂਦੀ ਹੈ, ਸਭ ਪਰਫੈਕਟ। ਪਰ ਅਸਲੀ ਟਵਿਸਟ ਇੱਥੋਂ ਹੀ ਸ਼ੁਰੂ ਹੁੰਦਾ ਹੈ। ਜਲਦਬਾਜ਼ੀ ਵਿੱਚ ਲਿਆ ਗਿਆ ਇਹ ਫੈਸਲਾ ਕਿਸੇ ਨੇ ਗਹਿਰਾਈ ਨਾਲ ਨਹੀਂ ਪਰਖਿਆ। ਕਿਸੇ ਨੇ ਨਹੀਂ ਜਾਣਿਆ ਕਿ ਵਿਦੇਸ਼ ਵਿੱਚ ਮਿਲੀ ਸਫਲਤਾ ਦੇ ਪਿੱਛੇ ਸਤੀਸ਼ ਦੇ ਅੰਦਰ ਕਿੰਨੀ ਅਧੂਰੀਆਂ ਖੁਆਇਸ਼ਾਂ ਅਤੇ ਦੱਬਿਆ ਹੋਇਆ ਗੁੱਸਾ ਪਲ ਰਿਹਾ। ਸਾਲ 2014 ਵਿੱਚ ਕੋਲਮ ਵਿੱਚ ਬੜੀ ਧੂਮਧਾਮ ਨਾਲ ਅਥੁਲਿਆ ਅਤੇ ਸਤੀਸ਼ ਦਾ ਵਿਆਹ ਹੋਇਆ। ਪੇਕਾ ਸੀ ਚਵਾਰਾ ਵਿੱਚ, ਸਹੁਰਾ ਸੀ ਸਸਟਮ ਕੋਟਾ ਵਿੱਚ। ਦੂਰੀ ਤਾਂ ਸਿਰਫ 35 ਕਿਲੋਮੀਟਰ ਦੀ ਸੀ, ਪਰ ਉਮੀਦਾਂ ਅਤੇ ਸੋਚ ਦਾ ਫਾਸਲਾ ਬਹੁਤ ਜ਼ਿਆਦਾ ਸੀ। ਨਵੀਂ ਲਾੜੀ, ਨਵਾਂ ਘਰ, ਨਵੇਂ ਰਿਸ਼ਤੇ ਅਤੇ ਅਚਾਨਕ ਬਹੁਤ ਸਾਰੀਆਂ ਜ਼ਿੰਮੇਵਾਰੀਆਂ। ਸਭ ਕੁਝ ਉਸਦੇ ਲਈ ਨਵਾਂ ਸੀ। ਉਹ ਮੁਸਕਰਾ ਰਹੀ ਸੀ, ਪਰ ਅੰਦਰ ਕਿਤੇ ਇੱਕ ਨਾ ਕਿਹਾ ਹੋਇਆ ਡਰ ਸੀ ਕਿ ਇਹ ਜ਼ਿੰਦਗੀ ਹੈ ਜਿਸ ਦਾ ਉਸਨੇ ਹਮੇਸ਼ਾ ਸੁਪਨਾ ਦੇਖਿਆ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਸਤੀਸ਼ ਨੇ ਕਿਹਾ ਕਿ ਉਸਦਾ ਵੀਜ਼ਾ ਕੰਟਰੈਕਟ ਖਤਮ ਹੋਣ ਵਾਲਾ ਹੈ ਤੇ ਉਸਨੂੰ ਜਲਦ ਹੀ ਸ਼ਾਰਜਾ ਪਰਤਣਾ ਪਏਗਾ। ਇਹ ਉਹ ਪਲ ਸੀ ਜਦੋਂ ਅਥੁਲਿਆ ਦੇ ਨਵੇਂ ਸ਼ੁਰੂ ਹੋਏ ਵਿਆਹ ਨੇ ਦੂਰੀ ਦਾ ਸਵਾਦ ਚਖਿਆ ਅਤੇ ਕਹਾਣੀ ਦਾ ਨਵਾਂ ਚੈਪਟਰ ਸ਼ੁਰੂ ਹੋਇਆ। ਲੌਂਗ ਡਿਸਟੈਂਸ ਰਿਲੇਸ਼ਨਸ਼ਿਪ, ਇੱਕ ਪਾਸੇ ਕੇਰਲਾ ਦੀ ਸ਼ਾਂਤ ਗਲੀਆਂ ਜਿੱਥੇ ਅਥੁਲਿਆ ਆਪਣੀ ਨਵੀਂ ਜ਼ਿੰਦਗੀ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ, ਅਤੇ ਦੂਜੇ ਪਾਸੇ ਗਲਫ ਦਾ ਬਿਜ਼ੀ ਸ਼ਹਿਰ ਸ਼ਾਰਜਾ ਜਿੱਥੇ ਸਤੀਸ਼ ਦਿਨ ਰਾਤ ਆਪਣੇ ਕੰਮ ਵਿੱਚ ਡੁੱਬਿਆ ਸੀ। ਉਸੇ ਦੌਰਾਨ ਕਿਸਮਤ ਨੇ ਇੱਕ ਹੋਰ ਮੋੜ ਲਿਆ। ਅਥੁਲਿਆ ਪ੍ਰੈਗਨੈਂਟ ਸੀ, ਪਰ ਉਸ ਖੁਸ਼ੀ ਦੇ ਦੌਰ ਵਿੱਚ ਵੀ ਉਸਨੂੰ ਇਕੱਲਿਆਂ ਹੀ ਸਭ ਚੱਲਣਾ ਪਿਆ। 2015 ਵਿੱਚ ਉਸਨੇ ਇੱਕ ਪਿਆਰੀ ਜਿਹੀ ਕੁੜੀ ਨੂੰ ਜਨਮ ਦਿੱਤਾ, ਪਰ ਜਿਸ ਵਕਤ ਉਸਨੂੰ ਸਭ ਤੋਂ ਜ਼ਿਆਦਾ ਆਪਣੇ ਪਤੀ ਦੀ ਲੋੜ ਸੀ, ਸਤੀਸ਼ ਉੱਥੇ ਨਹੀਂ ਸੀ। ਡਿਲੀਵਰੀ ਦੇ ਵਕਤ ਹਸਪਤਾਲ ਦੇ ਕਮਰੇ ਵਿੱਚ ਜਦੋਂ ਧੀ ਦੀ ਪਹਿਲੀ ਵਾਰ ਰੋਣ ਦੀ ਆਵਾਜ਼ ਗੂੰਜੀ, ਤਾਂ ਵੀ ਉਸਦੇ ਕੋਲ ਕੋਈ ਹੱਥ ਫੜਨ ਵਾਲਾ ਨਹੀਂ ਸੀ। ਉਹ ਮੁਸਕਰਾਈ, ਪਰ ਉਸਦੀਆਂ ਅੱਖਾਂ ਵਿੱਚ ਜੋ ਖਾਲੀਪਨ ਸੀ ਉਹ ਸਿਰਫ ਉਹੀ ਜਾਣਦੀ ਸੀ। 2015 ਤੋਂ ਲੈ ਕੇ 2022 ਤੱਕ ਅਥੁਲਿਆ ਦੀ ਜ਼ਿੰਦਗੀ ਦੋ ਹਿੱਸਿਆਂ ਵਿੱਚ ਵੰਡੀ ਰਹੀ, ਕਦੀ ਚਵਾਰਾ ਵਿੱਚ ਪੇਕੇ ਤੇ ਕਦੀ ਫਿਰ ਸਸਟਮ ਕੋਟਾ ਵਿੱਚ ਸਹੁਰੇ ਘਰ। ਇਸ ਸਭ ਦੇ ਵਿੱਚ ਉਸਦੀ ਇੱਕੋ ਉਮੀਦ ਸੀ, ਉਸਦੀ ਧੀ ਆਰਾਧਿਆ। ਜਦੋਂ ਵੀ ਉਹ ਟੁੱਟਣ ਲੱਗਦੀ, ਆਰਾਧਿਆ ਦੀ ਮੁਸਕਾਨ ਉਸਨੂੰ ਖੜਾ ਕਰ ਦਿੰਦੀ।
ਉਹ ਸੁਪਨੇ ਦੇਖਦੀ ਸੀ ਆਪਣੀ ਧੀ ਨੂੰ ਪੜ੍ਹਾਏਗੀ, ਉਸ ਨੂੰ ਇੱਕ ਆਜ਼ਾਦ ਜ਼ਿੰਦਗੀ ਦੇਏਗੀ ਜੋ ਉਸ ਨੂੰ ਖੁਦ ਨੂੰ ਨਹੀਂ ਮਿਲੀ। ਪਰ ਹਕੀਕਤ ਹਮੇਸ਼ਾ ਉਸ ਦੇ ਸੁਪਨਿਆਂ ਤੋਂ ਵੱਡੀ ਅਤੇ ਕੌੜੀ ਸੀ। ਪੈਸਿਆਂ ਦੀ ਤੰਗੀ, ਇਕੱਲਾਪਨ ਅਤੇ ਦੋਵੇਂ ਘਰਾਂ ਦੇ ਵਿੱਚ ਖਿੱਚੀ ਅਣਦੇਖੀ ਲਕੀਰ ਨੇ ਉਸ ਦਾ ਮਨ ਥਕਾ ਦਿੱਤਾ ਸੀ। ਫੋਨ ਤੇ ਮਿਸਯੂ ਦੀ ਜਗ੍ਹਾ ਹੁਣ ਸ਼ਿਕਾਇਤਾਂ ਅਤੇ ਬਹਿਸਾਂ ਹੋਣ ਲੱਗੀਆਂ ਸਨ। ਇੱਕ ਦੂਜੇ ਦੀ ਗੱਲ ਸੁਣਨ ਦੀ ਬਜਾਏ ਦੋਵੇਂ ਆਪਣੀਆਂ ਗੱਲਾਂ ਕਹਿਣ ਵਿੱਚ ਲੱਗੇ ਰਹਿੰਦੇ ਅਤੇ ਸੱਚ ਇਹ ਹੈ ਕਿ ਜਦੋਂ ਉਹਨਾਂ ਦਾ ਵਿਆਹ ਫਿਕਸ ਹੋਇਆ ਸੀ ਉਦੋਂ ਤੋਂ ਕੁਝ ਅਨਯੂਜੂਅਲ ਗੱਲਾਂ ਸ਼ੁਰੂ ਹੋ ਚੁੱਕੀਆਂ ਸਨ। ਕੁਝ ਸਰਗਰਮੀਆਂ ਜਹੀਆਂ ਸਨ ਜੋ ਆਉਣ ਵਾਲੇ ਤੂਫਾਨ ਦਾ ਸੰਕੇਤ ਦੇ ਰਹੀਆਂ ਸਨ। ਸਤੀਸ਼ ਦਾ ਅਚਾਨਕ ਗੁੱਸੇ ਵਿੱਚ ਆ ਜਾਣਾ, ਗੱਲ-ਗੱਲ ਤੇ ਸ਼ੱਕ ਕਰਨਾ ਜਾਂ ਫਿਰ ਘੰਟਿਆਂ ਤੱਕ ਬਿਨਾਂ ਗੱਲ ਦੇ ਖਾਮੋਸ਼ ਰਹਿਣਾ, ਪੋਜੈਸਿਵ ਰਹਿਣਾ, ਓਵਰ ਪੋਜੈਸਿਵ ਰਹਿਣਾ। ਪਰ ਘਰ ਵਾਲਿਆਂ ਨੇ ਉਹਨਾਂ ਸੰਕੇਤਾਂ ਦਾ ਉਸ ਵਕਤ ਧਿਆਨ ਨਹੀਂ ਦਿੱਤਾ। ਉਹਨਾਂ ਨੂੰ ਲੱਗਿਆ ਕਿ ਹਰ ਵਿਆਹ ਵਿੱਚ ਉਤਾਰ ਚੜ੍ਹਾਅ ਆਉਂਦੇ ਨੇ, ਵਕਤ ਦੇ ਨਾਲ ਸਭ ਠੀਕ ਹੋ ਜਾਏਗਾ। ਫਿਰ ਆਇਆ ਸਾਲ 2023। ਅਤੁਲਿਆ ਦੇ ਜੀਵਨ ਦਾ ਇੱਕ ਡਿਸਿਸਿਵ ਮੋੜ। ਉਸਨੇ ਤੈਅ ਕੀਤਾ ਕਿ ਹੁਣ ਉਹ ਹੋਰ ਇੰਤਜ਼ਾਰ ਨਹੀਂ ਕਰੇਗੀ। ਉਹ ਸ਼ਾਰਜਾ ਜਾਏਗੀ, ਆਪਣੇ ਪਤੀ ਦੇ ਨਾਲ ਰਹੇਗੀ ਅਤੇ ਖੁਦ ਵੀ ਕੰਮ ਕਰੇਗੀ। ਘਰ ਦੀ ਮਾਲੀ ਸਥਿਤੀ ਖਰਾਬ ਸੀ, ਕੁੜੀ ਦੀ ਪੜ੍ਹਾਈ ਦਾ ਖਰਚ ਵੱਧ ਰਿਹਾ ਸੀ ਤੇ ਹਰ ਮਹੀਨੇ ਦਾ ਸੰਘਰਸ਼ ਉਸ ਨੂੰ ਅੰਦਰੋਂ ਥਕਾ ਰਿਹਾ ਸੀ। ਪਰ ਇਹ ਫੈਸਲਾ ਸੌਖਾ ਨਹੀਂ ਸੀ। ਇੱਕ ਸਿੰਗਲ ਮਦਰ ਦੇ ਲਈ ਇਹ ਕਦਮ ਕਿਸੇ ਜੰਗ ਤੋਂ ਘੱਟ ਨਹੀਂ ਸੀ। ਉਸਨੇ ਆਪਣੀ ਸਭ ਤੋਂ ਪਿਆਰੀ ਚੀਜ਼ ਆਪਣੀ ਧੀ ਆਰਾਧਿਆ ਨੂੰ ਮਾਤਾ-ਪਿਤਾ ਦੇ ਕੋਲ ਛੱਡ ਦਿੱਤਾ। ਜਾਂਦਿਆਂ ਵਕਤ ਉਸਨੇ ਧੀ ਦੇ ਮੱਥੇ ਨੂੰ ਚੁੰਮਿਆ ਤੇ ਕਿਹਾ ਕਿ ਮਾਂ ਜਲਦੀ ਵਾਪਸ ਆਏਗੀ, ਬਸ ਥੋੜੇ ਦਿਨ ਦੀ ਗੱਲ ਹੈ। ਫਿਰ ਉਹ ਭਾਰੀ ਦਿਲ ਨਾਲ ਦੁਬਈ ਦੀ ਫਲਾਈਟ ਵਿੱਚ ਸਵਾਰ ਹੋ ਗਈ। ਸ਼ਾਰਜਾ ਪਹੁੰਚ ਕੇ ਉਸਦੇ ਸਾਹਮਣੇ ਨਵੀਂ ਦੁਨੀਆ ਸੀ, ਵੱਖ ਭਾਸ਼ਾ, ਵੱਖ ਮਾਹੌਲ, ਨਵੇਂ ਲੋਕ। ਸ਼ੁਰੂਆਤੀ ਹਫ਼ਤੇ ਬਹੁਤ ਮੁਸ਼ਕਿਲ ਰਹੇ। ਉਹ ਸਵੇਰ ਤੋਂ ਸ਼ਾਮ ਤੱਕ ਨੌਕਰੀ ਦੀ ਤਲਾਸ਼ ਵਿੱਚ ਹੀ ਭਟਕਦੀ ਰਹੀ। ਦਰਜਨਾਂ ਐਪਲੀਕੇਸ਼ਨਸ ਭਰੀਆਂ, ਇੰਟਰਵਿਊ ਦਿੱਤੇ ਅਤੇ ਫਿਰ ਇੱਕ ਦਿਨ ਉਸਨੂੰ ਇੱਕ ਸ਼ਾਪਿੰਗ ਮਾਲ ਵਿੱਚ ਸੇਲਸ ਅਸਿਸਟੈਂਟ ਦੀ ਨੌਕਰੀ ਮਿਲ ਗਈ। ਹੌਲੀ-ਹੌਲੀ ਸਭ ਪਟੜੀ ਤੇ ਆਉਣ ਲੱਗਿਆ। ਸਤੀਸ਼ ਨਾਲ ਰਿਸ਼ਤੇ ਵਿੱਚ ਥੋੜੀ ਨਰਮੀ ਆਈ। ਆਰਾਧਿਆ ਦੇ ਨਾਲ ਵੀਡੀਓ ਕਾਲ ਤੇ ਹਾਸਾ ਖੇਡਾ ਚੱਲਦਾ ਰਹਿੰਦਾ। 2025 ਦੀ ਸ਼ੁਰੂਆਤ ਉਮੀਦਾਂ ਨਾਲ ਭਰੀ ਲੱਗ ਰਹੀ ਸੀ। ਉਸਨੂੰ ਲੱਗਿਆ ਸ਼ਾਇਦ ਹੁਣ ਜ਼ਿੰਦਗੀ ਸੰਭਲ ਰਹੀ ਹੈ। ਪਰ ਫਿਰ ਆਇਆ 19 ਜੁਲਾਈ ਦਾ ਦਿਨ। ਕੁਝ ਦਿਨ ਪਹਿਲਾਂ ਹੀ ਉਸਨੇ ਆਪਣਾ 30ਵਾਂ ਜਨਮ ਦਿਨ ਮਨਾਇਆ ਸੀ। ਪੇਰੈਂਟਸ ਨਾਲ ਕਾਲ ਕਰਕੇ ਲੰਮੀਆਂ ਗੱਲਾਂ ਕੀਤੀਆਂ ਸਨ। ਉਹਨਾਂ ਨੇ ਪੁੱਛਿਆ ਸੀ ਕਿ ਹੁਣ ਤਾਂ ਤੈਨੂੰ ਸਭ ਠੀਕ ਲੱਗ ਰਿਹਾ ਨਾ? ਤੇ ਅੱਗੋਂ ਅਤੁਲਿਆ ਨੇ ਮੁਸਕਰਾ ਕੇ ਕਿਹਾ ਸੀ, ਹਾਂ ਮਾਂ, ਹੁਣ ਸਭ ਕੁਝ ਠੀਕ ਹੈ। ਪਰ ਉਸ ਦੁਪਹਿਰ ਜੋ ਖਬਰ ਆਈ ਉਸਨੇ ਸਭ ਕੁਝ ਤੋੜ ਕੇ ਰੱਖ ਦਿੱਤਾ। ਸਤੀਸ਼ ਜਦੋਂ ਉਸ ਸ਼ਾਮ ਘਰ ਪਰਤਿਆ ਤਾਂ ਉਸ ਨੂੰ ਕੁਝ ਅਜੀਬ ਜਿਹਾ ਲੱਗਿਆ। ਦਰਵਾਜ਼ਾ ਅੱਧਾ ਖੁੱਲਿਆ ਸੀ, ਜਿਵੇਂ ਕਿਸੇ ਨੇ ਜਲਦਬਾਜ਼ੀ ਵਿੱਚ ਖੁੱਲਾ ਛੱਡਤਾ ਹੋਵੇ। ਉਸਨੇ ਆਵਾਜ਼ ਦਿੱਤੀ, ਅਤੁਲਿਆ, ਪਰ ਕੋਈ ਜਵਾਬ ਨਹੀਂ ਮਿਲਿਆ। ਕਮਰੇ ਵਿੱਚ ਸન્ਨਾਟਾ ਸੀ। ਹੌਲੀ-ਹੌਲੀ ਉਹ ਬੈਡਰੂਮ ਦੇ ਵੱਲ ਵਧਿਆ ਅਤੇ ਜਿਵੇਂ ਹੀ ਉਸਨੇ ਪਰਦਾ ਹਟਾਇਆ, ਜ਼ਮੀਨ ਉਸਦੇ ਪੈਰਾਂ ਹੇਠੋਂ ਖਿਸਕ ਗਈ। ਉਸਦੀ ਨਜ਼ਰ ਸੀਲਿੰਗ ਫੈਨ ਤੇ ਗਈ ਜਿੱਥੇ ਅਤੁਲਿਆ ਝੂਲ ਰਹੀ ਸੀ। ਇੱਕ ਪਲ ਦੇ ਲਈ ਵਕਤ ਰੁਕ ਗਿਆ। ਉਸਦਾ ਚਿਹਰਾ ਪੀਲਾ ਪੈ ਗਿਆ। ਉਹ ਲੜਖੜਾਉਂਦੇ ਕਦਮਾਂ ਨਾਲ ਅੱਗੇ ਵਧਿਆ। ਉਸਦੇ ਪੈਰ ਕੰਬ ਰਹੇ ਸਨ। ਉਸਨੇ ਕਿਸੇ ਤਰ੍ਹਾਂ ਅਤੁਲਿਆ ਨੂੰ ਫੜ ਕੇ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ। ਫਿਰ ਉਸਦੀ ਪਲਸ ਚੈੱਕ ਕੀਤੀ, ਕੋਈ ਹਲਚਲ ਨਹੀਂ। ਸਭ ਕੁਝ ਜਿਵੇਂ ਥੰਮ ਗਿਆ ਸੀ। ਸਤੀਸ਼ ਨੇ ਕੰਬਦੇ ਹੱਥਾਂ ਨਾਲ ਮੋਬਾਈਲ ਚੱਕਿਆ ਤੇ ਸਭ ਤੋਂ ਪਹਿਲਾਂ ਅਤੁਲਿਆ ਦੇ ਘਰ ਕਾਲ ਕੀਤੀ। ਇਹ ਸੁਣਦਿਆਂ ਹੀ ਫੋਨ ਦੇ ਦੂਜੇ ਪਾਸੇ ਗਹਿਰਾ ਸन्नाटा ਛਾ ਗਿਆ। ਕੋਈ ਬੋਲ ਨਹੀਂ ਪਾ ਰਿਹਾ ਸੀ। ਕੁਝ ਦੇਰ ਬਾਅਦ ਉਸਨੇ ਐਮਰਜੈਂਸੀ ਨੰਬਰ ਮਿਲਾਇਆ। ਥੋੜੀ ਹੀ ਦੇਰ ਵਿੱਚ ਸ਼ਾਰਜਾ ਪੁਲਿਸ ਆਈ। EMT ਟੀਮ ਉੱਥੇ ਪਹੁੰਚੀ। ਪੂਰੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ। ਫੋਟੋਗ੍ਰਾਫਸ ਲਈਆਂ ਗਈਆਂ। ਹਰ ਕੋਨੇ ਦੀ ਜਾਂਚ ਹੋਈ। ਅਤੁਲਿਆ ਦੇ ਸਰੀਰ ਨੂੰ ਪੋਸਟਮਾਰਟਮ ਦੇ ਲਈ ਮੋਰਚਰੀ ਭੇਜ ਦਿੱਤਾ ਗਿਆ। ਡਿਊਟੀ ਆਫੀਸਰਸ ਨੇ ਸਤੀਸ਼ ਦਾ ਛੋਟਾ ਜਿਹਾ ਬਿਆਨ ਲਿਆ। ਉਸਨੇ ਕਿਹਾ, ਮੈਂ ਅਜੇ ਕੰਮ ਤੋਂ ਪਰਤੇ ਆਈ ਸੀ, ਅੱਧਾ ਦਰਵਾਜ਼ਾ ਖੁੱਲਿਆ ਸੀ, ਅੰਦਰ ਆਇਆ ਤਾਂ ਇਹ ਸਭ ਦੇਖਿਆ। ਪਰ ਅਜੀਬ ਗੱਲ ਇਹ ਸੀ ਕਿ ਕੁਝ ਹੀ ਘੰਟਿਆਂ ਵਿੱਚ ਪੁਲਿਸ ਨੇ ਰਿਪੋਰਟ ਤਿਆਰ ਕਰ ਦਿੱਤੀ। ਆਊਟਕਮ ਯਾਨੀ ਕਨਕਲੂਜਨ ਸਾਫ਼ ਲਿਖਿਆ ਗਿਆ। ਖੁਦ ਨੂੰ ਖਤਮ ਕਰਨ ਦਾ ਮਾਮਲਾ ਸੀ। ਮਾਮਲਾ ਜਿਵੇਂ ਬੰਦ ਕਰ ਦਿੱਤਾ ਗਿਆ। ਪਰ ਇੱਥੋਂ ਕਹਾਣੀ ਨੇ ਇੱਕ ਨਵਾਂ ਮੋੜ ਲਿਆ। ਅਤੁਲਿਆ ਦੀ ਫੈਮਿਲੀ ਨੇ ਖੁੱਲ ਕੇ ਕਿਹਾ ਕਿ ਸਾਡੀ ਧੀ ਅਜਿਹਾ ਨਹੀਂ ਕਰ ਸਕਦੀ। ਜੇ ਉਸਨੇ ਕੁਝ ਕੀਤਾ ਵੀ ਹੈ ਤਾਂ ਉਸਦੇ ਪਿੱਛੇ ਵਜ੍ਹਾ ਹੋਏਗੀ। ਪਰਿਵਾਰ ਨੇ ਸਿੱਧੇ ਇਲਜ਼ਾਮ ਲਗਾਏ। ਇਹ ਸਭ ਉਸਦੇ ਪਤੀ ਸਤੀਸ਼ ਨੇ ਕੀਤਾ ਹੈ। ਉਹਨਾਂ ਨੇ ਮੀਡੀਆ ਨੂੰ ਕੁਝ ਵੀਡੀਓ ਕਲਿੱਪਸ ਵੀ ਦਿਖਾਈਆਂ ਜਿਨ੍ਹਾਂ ਵਿੱਚ ਸਤੀਸ਼ ਨੂੰ ਸ਼ਰਾਬ ਦੇ ਨਸ਼ੇ ਵਿੱਚ ਚਲਾਉਂਦਿਆਂ, ਗਾਲਾਂ ਕੱਢਦਿਆਂ, ਕਦੀ-ਕਦੀ ਧਮਕਾਉਂਦਿਆਂ ਦੇਖਿਆ ਜਾ ਸਕਦਾ ਸੀ। ਉਹ ਬੱਚਾ ਦੀ ਤਰ੍ਹਾਂ ਬੋਲਦਾ ਸੀ, ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਸੀ ਵੀਡੀਓਜ਼ ਦੇ ਵਿੱਚ ਤੇ ਫਿਰ ਉਹਨੂੰ ਮਾਰਦਾ ਵੀ ਸੀ। ਇਹ ਵੀਡੀਓਜ਼ ਆਨਲਾਈਨ ਅਵੇਲੇਬਲ ਨੇ। ਇਹ ਵਾਇਰਲ ਹੋਈਆਂ ਸਨ। ਉਹਨਾਂ ਆਵਾਜ਼ਾਂ ਵਿੱਚ ਡਰ ਸਾਫ਼ ਝਲਕਦਾ ਸੀ ਅਤੁਲਿਆ ਦਾ, ਜਿਵੇਂ ਅਤੁਲਿਆ ਰੋਜ਼ ਕਿਸੇ ਅਣਦੇਖੇ ਡਰ ਦੇ ਪਰਛਾਵੇਂ ਹੇਠ ਜੀ ਰਹੀ ਹੋਵੇ। ਜਦੋਂ ਅਤੁਲਿਆ ਦੀ ਬੋਡੀ ਕੇਰਲ ਆਈ ਤਾਂ ਪੂਰੇ ਮੁਹੱਲੇ ਵਿੱਚ ਮਾਤਮ ਛਾ ਗਿਆ। ਧੀ ਦੀ ਇੱਕ ਝਲਕ ਪਾਉਣ ਦੇ ਲਈ ਮਾਪਿਓ ਬਾਰ-ਬਾਰ ਬੇਹੋਸ਼ ਹੋ ਰਹੇ ਸਨ। ਫੁੱਲਾਂ ਦੇ ਵਿੱਚ ਲਿਪਟੀ ਉਹਦੇ ਹੁਣ ਸਿਰਫ ਸਵਾਲ ਛੱਡ ਰਹੀ ਸੀ ਕਿ ਸੱਚ ਵਿੱਚ ਉਸਨੇ ਖੁਦ ਅਜਿਹਾ ਕੀਤਾ। ਪਰਿਵਾਰ ਇਸ ਜਵਾਬ ਨੂੰ ਇੰਜ ਹੀ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ। ਉਹਨਾਂ ਨੇ ਸਾਫ਼ ਕਿਹਾ, ਸਾਨੂੰ ਯਕੀਨ ਨਹੀਂ, ਦੁਬਾਰਾ ਪੋਸਟਮਾਰਟਮ ਹੋਏਗਾ। ਤੇ ਫਿਰ ਅਤੁਲਿਆ ਦੀ ਮ੍ਰਿਤਕ ਦੇ ਪਰਪਲੀ ਮੈਡੀਕਲ ਕਾਲਜ ਭੇਜੀ ਗਈ। ਕਈ ਘੰਟੇ ਚੱਲੀ ਮੈਡੀਕਲ ਜਾਂਚ ਦੇ ਬਾਅਦ ਜੋ ਰਿਪੋਰਟ ਆਈ ਉਸਨੇ ਸਭ ਕੁਝ ਉਲਟਾ ਕੇ ਰੱਖ ਦਿੱਤਾ। ਰਿਪੋਰਟ ਵਿੱਚ ਸਾਫ਼ ਲਿਖਿਆ ਸੀ ਸਰੀਰ ਤੇ 46 ਸੱਟਾਂ ਦੇ ਨਿਸ਼ਾਨ ਸਨ। ਹੱਥ, ਪੈਰ, ਪਿੱਠ ਅਤੇ ਚਿਹਰੇ ਤੇ ਸਾਫ਼ ਜ਼ਖਮ ਸਨ ਅਤੇ ਸਭ ਤੋਂ ਅਹਿਮ ਗੱਲ, ਗਲੇ ਤੇ ਗਲ ਘੋਟਣ ਦੇ ਨਿਸ਼ਾਨ ਸਨ। ਹੁਣ ਫਰਕ ਬਿਲਕੁਲ ਸਾਫ਼ ਸੀ। ਇੱਕ ਪਾਸੇ ਸ਼ਾਰਜਾ ਪੁਲਿਸ ਦੀ ਰਿਪੋਰਟ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਖੁਦ ਨੂੰ ਖਤਮ ਕਰਨ ਦਾ ਮਾਮਲਾ ਹੈ ਅਤੇ ਦੂਜੇ ਪਾਸੇ ਕੇਰਲ ਪੁਲਿਸ ਦੀ ਰਿਪੋਰਟ ਜੋ ਸਾਫ਼-ਸਾਫ਼ ਕਹਿ ਰਹੀ ਸੀ ਕਿ ਇਹ ਹਿੰਸਾ ਦਾ ਮਾਮਲਾ ਹੈ।
ਦੁਬਾਰਾ ਪੋਸਟਮਾਰਟਮ ਨੇ ਪੂਰੇ ਕੇਸ ਦੀ ਦਿਸ਼ਾ ਬਦਲ ਦਿੱਤੀ। ਹੁਣ ਇਹ ਇੱਕ ਸੰਭਾਵਿਤ ਹੱਤਿਆ ਦੀ ਜਾਂਚ ਬਣ ਚੁੱਕੀ ਸੀ ਅਤੇ ਇੱਥੇ ਹੀ ਫੈਮਿਲੀ ਦੀਆਂ ਗੱਲਾਂ ਨੂੰ ਨਵੀਂ ਮਜ਼ਬੂਤੀ ਮਿਲੀ। ਉਹਨਾਂ ਨੇ ਜੋ ਵੀਡੀਓ ਅਤੇ ਵੌਇਸ ਚੈਟ ਪੁਲਿਸ ਨੂੰ ਦਿੱਤੇ ਸਨ, ਉਹਨਾਂ ਵਿੱਚ ਉਹ ਸੱਟਾਂ ਦਾ ਜ਼ਿਕਰ ਅਤੇ ਉਹੀ ਡਰ ਦੀ ਝਲਕ ਸੀ। ਅਤੁਲਿਆ ਨੇ ਆਪਣੇ ਆਖਰੀ ਦਿਨਾਂ ਵਿੱਚ ਜੋ ਕੁਝ ਵੀ ਸਿਹਾ, ਹੁਣ ਉਹ ਸਭ ਰਿਕਾਰਡ ਵਿੱਚ ਸੀ। ਹਰ ਸੱਟ, ਹਰ ਚੀਕ, ਹਰ ਖਾਮੋਸ਼ੀ। ਉਹਨਾਂ ਨੇ ਸਾਫ਼ ਦੱਸਿਆ ਕਿ ਉਹਨਾਂ ਦੀ ਧੀ ਨੇ ਕਿਸ ਤਰ੍ਹਾਂ ਸਭ ਕੁਝ ਸਿਹਾ, ਜਿਸ ਨੂੰ ਉਹ ਨਾ ਚਾਹ ਕੇ ਵੀ ਹਰ ਦਿਨ ਜਿਉਂਦੀ ਰਹੀ। ਅਤੁਲਿਆ ਤੇ ਸਤੀਸ਼ ਦੇ ਰਿਸ਼ਤੇ ਵਿੱਚ ਕੁਝ ਗੱਲਾਂ ਸ਼ੁਰੂ ਵਿੱਚ ਹੀ ਆਮ ਨਹੀਂ ਸਨ। ਬਾਹਰ ਤੋਂ ਸਭ ਕੁਝ ਸਹੀ ਲੱਗ ਰਿਹਾ ਸੀ ਕਿ ਕੁੜੀ ਦਾ ਵਿਆਹ ਚੰਗੇ ਘਰ ਵਿੱਚ ਹੋ ਰਿਹਾ ਹੈ, ਲਾੜਾ ਗਲਫ ਵਿੱਚ ਸੈਟਲ ਹੈ, ਹੁਣ ਉਸ ਦੀ ਜ਼ਿੰਦਗੀ ਆਸਾਨ ਹੋ ਜਾਏਗੀ। ਪਰ ਅੰਦਰੋਂ ਹੀ ਅੰਦਰ ਇਹ ਕਹਾਣੀ ਕੁਝ ਹੋਰ ਸੀ, ਜੋ ਹੌਲੀ-ਹੌਲੀ ਹਨੇਰੇ ਦੇ ਵੱਲ ਵੱਧ ਰਹੀ ਸੀ। ਜਦੋਂ ਤੋਂ ਰਿਸ਼ਤਾ ਤੈਅ ਹੋਇਆ ਸੀ, ਉਸੇ ਵਕਤ ਸਤੀਸ਼ ਦਾ ਬਿਹੇਵੀਅਰ ਕੁਝ ਅਲੱਗ ਦਿਖਣ ਲੱਗਿਆ। ਉਹ ਬਾਰ-ਬਾਰ ਕਹਿੰਦਾ ਕਿ ਹੁਣ ਅਤੁਲਿਆ ਨੂੰ ਪੜ੍ਹਾਈ ਤੇ ਇੰਨਾ ਧਿਆਨ ਦੇਣ ਦੀ ਲੋੜ ਨਹੀਂ ਹੈ, ਵਿਆਹ ਦੇ ਬਾਅਦ ਸਭ ਕੁਝ ਮੈਂ ਹੀ ਸਾਂਭਣਾ। ਇਹ ਗੱਲ ਸਿਰਫ ਅਤੁਲਿਆ ਨਾਲ ਨਹੀਂ ਬਲਕਿ ਉਸਦੇ ਮਾਤਾ-ਪਿਤਾ ਨਾਲ ਵੀ ਖੁੱਲੇ ਤੌਰ ਤੇ ਕਰਦਾ ਸੀ। ਉਹ ਵਿਆਹ ਤੋਂ ਪਹਿਲਾਂ ਵੀ ਉਹ ਕਹਿੰਦਾ ਸੀ ਕਿ ਚਾਹੇ ਫਿਲਹਾਲ ਮੇਰਾ ਉਸ ਤੇ ਇੰਨਾ ਹੱਕ ਨਹੀਂ ਹੈ, ਪਰ ਵਿਆਹ ਦੇ ਬਾਅਦ ਹਰ ਚੀਜ਼ ਮੇਰੀ ਜ਼ਿੰਮੇਵਾਰੀ ਹੀ ਹੋਏਗੀ, ਮੇਰੇ ਹਿਸਾਬ ਨਾਲ ਹੀ ਹੋਏਗੀ। ਹੌਲੀ-ਹੌਲੀ ਉਸ ਦੀਆਂ ਗੱਲਾਂ ਕੰਟਰੋਲ ਅਤੇ ਅਧਿਕਾਰ ਦੇ ਵਿੱਚ ਦੀ ਪਤਲੀ ਲਕੀਰ ਨੂੰ ਪਾਰ ਕਰਨ ਲੱਗੀਆਂ। ਉਹ ਖੁੱਲ ਕੇ ਤਰਕ ਦਿੰਦਾ ਕਿ ਕੁੜੀ ਬਾਹਰ ਜਾਏਗੀ ਤੇ ਕਿਸੇ ਹੋਰ ਦੇ ਚੱਕਰ 'ਚ ਪੈ ਜਾਏਗੀ, ਗੌਸਿਪਸ ਹੋਣਗੀਆਂ, ਅਫੇਅਰ ਹੋਣਗੇ। ਉਸ ਦੀਆਂ ਨਜ਼ਰਾਂ ਵਿੱਚ ਸੁਸਾਇਟੀ ਦੀ ਇੱਜ਼ਤ ਹਮੇਸ਼ਾ ਅਤੁਲਿਆ ਦੀ ਆਜ਼ਾਦੀ ਤੋਂ ਵੱਡੀ ਸੀ। ਇਸ ਸੋਚ ਨੇ ਦੋਵਾਂ ਪਰਿਵਾਰਾਂ ਦੇ ਵਿੱਚ ਤਣਾਅ ਪੈਦਾ ਕਰ ਦਿੱਤਾ। ਅਤੁਲਿਆ ਦਾ ਪਰਿਵਾਰ ਚਾਹੁੰਦਾ ਸੀ ਕਿ ਧੀ ਆਪਣੀ ਪੜ੍ਹਾਈ ਪੂਰੀ ਕਰੇ, ਜਦਕਿ ਸਤੀਸ਼ ਦਾ ਮੰਨਣਾ ਸੀ ਕਿ ਵਿਆਹ ਦੇ ਬਾਅਦ ਕੁੜੀ ਦਾ ਫੋਕਸ ਸਿਰਫ ਘਰ ਤੇ ਹੀ ਹੋਣਾ ਚਾਹੀਦਾ। ਉਹ ਓਵਰ ਪੋਜੈਸਿਵ ਸੀ। ਕਾਫੀ ਬਹਿਸ ਅਤੇ ਸਮਝਾਉਣ ਬੁਝਾਉਣ ਦੇ ਬਾਅਦ ਆਖਰਕਾਰ ਇੱਕ ਕੰਪਰੋਮਾਈਜ਼ ਹੋਇਆ। ਅਤੁਲਿਆ ਨੂੰ ਵਿਆਹ ਦੇ ਬਾਅਦ ਪੜ੍ਹਾਈ ਜਾਰੀ ਰੱਖਣ ਦੀ ਇਜਾਜ਼ਤ ਤਾਂ ਦਿੱਤੀ ਗਈ, ਪਰ ਸਖਤ ਸ਼ਰਤਾਂ ਦੇ ਨਾਲ। ਸ਼ਰਤ ਇਹ ਸੀ ਕਿ ਉਹ ਕਿਸੇ ਗਵਰਨਮੈਂਟ ਕਾਲਜ ਵਿੱਚ ਦਾਖਲਾ ਨਹੀਂ ਲਏਗੀ, ਬਲਕਿ ਸਿਰਫ ਪ੍ਰਾਈਵੇਟ ਇੰਸਟੀਚਿਊਟ ਵਿੱਚ ਹੀ ਪੜ੍ਹੇਗੀ, ਜਿੱਥੇ ਉਸ ਤੇ ਨਜ਼ਰ ਰੱਖੀ ਜਾ ਸਕੇ। ਇਹੀ ਉਹ ਪੁਆਇੰਟ ਸੀ ਜਿੱਥੋਂ ਅਤੁਲਿਆ ਦੀ ਜ਼ਿੰਦਗੀ ਦੀ ਲਕੀਰ ਹੌਲੀ-ਹੌਲੀ ਇੱਕ ਬੰਦ ਘੇਰੇ ਵਿੱਚ ਬਦਲਣ ਲੱਗੀ। ਬਾਹਰ ਤੋਂ ਪਰਫੈਕਟ ਤੇ ਅੰਦਰੋਂ ਕੈਦ। ਅਸਲ ਵਿੱਚ ਇਹੀ ਉਹ ਸ਼ੁਰੂਆਤ ਸੀ ਛੋਟੀਆਂ-ਛੋਟੀਆਂ ਦਰਾਰਾਂ ਦੀ, ਜੋ ਹੌਲੀ-ਹੌਲੀ ਇੱਕ ਡੂੰਗੀ ਖਾਈ ਵਿੱਚ ਬਦਲਣ ਵਾਲੀ ਸੀ। ਇਹੀ ਉਹ ਕ੍ਰੈਕ ਸਨ ਜੋ ਸਾਫ਼ ਦੱਸ ਰਹੇ ਸਨ ਕਿ ਅੱਗੇ ਚੱਲ ਕੇ ਰਿਸ਼ਤਾ ਕਦੀ ਵੀ ਸਮੂਥ ਨਹੀਂ ਰਹੇਗਾ। ਸ਼ਾਇਦ ਜੇ ਉਸ ਵਕਤ ਕਿਸੇ ਨੇ ਇਹਨਾਂ ਸੰਕੇਤਾਂ ਤੇ ਇਸ਼ਾਰਿਆਂ ਤੇ ਗੌਰ ਕੀਤਾ ਹੁੰਦਾ, ਜੇ ਅਤੁਲਿਆ ਦੇ ਮਾਤਾ-ਪਿਤਾ ਨੇ ਸਤੀਸ਼ ਦੇ ਵਤੀਰੇ ਨੂੰ ਜ਼ਰਾ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਤੇ ਇਸ ਰਿਸ਼ਤੇ ਨੂੰ ਉੱਥੇ ਹੀ ਰੋਕ ਦਿੱਤਾ ਹੁੰਦਾ, ਤਾਂ ਸ਼ਾਇਦ ਅੱਜ ਕਹਾਣੀ ਕੁਝ ਹੋਰ ਹੁੰਦੀ। ਪਰ ਉਸ ਵਕਤ ਸਭ ਨੇ ਇਹੀ ਸੋਚਿਆ, ਥੋੜਾ ਐਡਜਸਟ ਕਰ ਲੈ, ਵਕਤ ਦੇ ਨਾਲ ਸਭ ਠੀਕ ਹੋ ਜਾਏਗਾ। ਪਰ ਹਕੀਕਤ ਉਹਨਾਂ ਦੀ ਕਲਪਨਾ ਤੋਂ ਕਿਤੇ ਜ਼ਿਆਦਾ ਮੁਸ਼ਕਲ ਸੀ। 2012 ਤੋਂ 2022 ਦੇ ਵਿੱਚ ਅਤੁਲਿਆ ਦੀ ਜ਼ਿੰਦਗੀ ਦੋ ਹਿੱਸਿਆਂ ਵਿੱਚ ਵੰਡੀ ਰਹੀ, ਕਦੀ ਪੇਕੇ ਤੇ ਕਦੀ ਸਹੁਰੇ। ਲੜਕੀ ਕਦੀ ਪੇਕੇ ਚਲੀ ਜਾਂਦੀ, ਕਦੀ ਸਹੁਰੇ ਵਾਪਸ ਆ ਜਾਂਦੀ। ਹਾਲਾਤ ਨਹੀਂ ਬਦਲੇ, ਪਰ ਹਰ ਜਗ੍ਹਾ ਇੱਕ ਹੀ ਗੱਲ ਸੁਣਨ ਨੂੰ ਮਿਲਦੀ, ਤੈਨੂੰ ਐਡਜਸਟ ਕਰਨਾ ਹੋਏਗਾ। ਇਹੀ ਮੈਰਿਡ ਜ਼ਿੰਦਗੀ ਦਾ ਹਿੱਸਾ ਹੈ। ਉਹ ਸੁਣਦੀ ਰਹੀ, ਸਹਿੰਦੀ ਰਹੀ, ਪਰ ਅੰਦਰ ਹੀ ਅੰਦਰ ਟੁੱਟਦੀ ਰਹੀ। ਇਸ ਪੂਰੇ ਦੌਰ ਵਿੱਚ ਸਤੀਸ਼ ਦਾ ਵਤੀਰਾ ਲਗਾਤਾਰ ਬਦਲਦਾ ਰਿਹਾ। ਕਦੀ ਫੋਨ ਤੇ ਪਿਆਰ ਜਤਾਉਂਦਾ ਤਾਂ ਅਗਲੇ ਹੀ ਪਲ ਛੋਟੀ-ਛੋਟੀ ਗੱਲ ਤੇ ਅਬਿਊਜ਼ਿਵ ਹੋ ਜਾਂਦਾ। ਉਸ ਦੀਆਂ ਗੱਲਾਂ ਵਿੱਚ ਇੱਕ ਅਜੀਬ ਜਿਹੀ ਦੋਹਰੀ ਨੇਚਰ ਸੀ, ਜਿਵੇਂ ਉਹ ਖੁਦ ਨਹੀਂ ਜਾਣਦਾ ਸੀ ਕਿ ਉਸ ਨੂੰ ਅਤੁਲਿਆ ਤੋਂ ਚਾਹੀਦਾ ਕੀ ਹੈ, ਪਿਆਰ ਜਾਂ ਕੰਟਰੋਲ। ਇਸ ਦਰਮਿਆਨ ਇੱਕ ਵੱਡਾ ਇਨਸੀਡੈਂਟ ਹੋਇਆ ਜਦੋਂ ਦੋਨੋਂ ਸ਼ਾਰਜਾ ਵਿੱਚ ਰਹਿ ਰਹੇ ਸਨ। ਉਦੋਂ ਅਤੁਲਿਆ ਦੇ ਪਿਤਾ ਦੁਬਈ ਪਹੁੰਚੇ ਸਨ। ਉਹਨਾਂ ਨੇ ਸੋਚਿਆ ਕਿ ਸ਼ਾਇਦ ਆਮੋ ਸਾਹਮਣੇ ਗੱਲ ਕਰਨ ਨਾਲ ਸਭ ਸੁਲਝ ਜਾਏਗਾ, ਪਰ ਹੋਇਆ ਉਲਟਾ। ਰਿਪੋਰਟ ਦੇ ਮੁਤਾਬਕ ਉਸ ਦੌਰਾਨ ਮੀਆਂ ਬੀਵੀ ਦੇ ਵਿੱਚ ਕਾਫੀ ਤਿੱਖੀ ਬਹਿਸ ਹੋਈ। ਸਤੀਸ਼ ਦੀ ਆਵਾਜ਼ ਉੱਚੀ ਹੋ ਗਈ ਅਤੇ ਹਾਲਾਤ ਇੰਨੇ ਵਿਗੜੇ ਕਿ ਅਤੁਲਿਆ ਦੇ ਪਿਤਾ ਨੂੰ ਵਿੱਚ ਇਹਨਾਂ ਦੀ ਲੜਾਈ ਜਿਹੜੀ ਕਿ ਫਿਜ਼ੀਕਲ ਲੜਾਈ ਹੋ ਗਈ ਸੀ, ਉਹਨੂੰ ਰੋਕਣਾ ਪਿਆ। ਪਹਿਲੀ ਵਾਰ ਉਹਨਾਂ ਨੇ ਸਤੀਸ਼ ਦੀਆਂ ਅੱਖਾਂ ਵਿੱਚ ਇੰਨਾ ਗੁੱਸਾ ਦੇਖਿਆ ਸੀ, ਜੋ ਅਜੇ ਤੱਕ ਅਤੁਲਿਆ ਸਹਿ ਰਹੀ ਸੀ। ਗੁੱਸੇ ਅਤੇ ਨਿਰਾਸ਼ਾ ਦੇ ਵਿੱਚ ਉਹਨਾਂ ਨੇ ਸਤੀਸ਼ ਨੂੰ ਸਾਫ਼ ਕਿਹਾ ਕਿ ਜੇ ਤੂੰ ਸਾਡੀ ਧੀ ਨੂੰ ਅਜਿਹੇ ਹੀ ਤਰੀਕੇ ਨਾਲ ਪਰੇਸ਼ਾਨ ਕਰਨਾ ਹੈ ਤਾਂ ਅਸੀਂ ਉਸ ਨੂੰ ਵਾਪਸ ਲੈ ਜਾਵਾਂਗੇ। ਉਸ ਵਕਤ ਹਾਲਾਤ ਬੇਹੱਦ ਤਣਾਅਪੂਰਨ ਸਨ। ਦੋਵੇਂ ਪਰਿਵਾਰਾਂ ਦੇ ਵਿੱਚ ਮਾਹੌਲ ਗਰਮ ਸੀ, ਪਰ ਜਿਵੇਂ ਅਕਸਰ ਹੁੰਦਾ ਹੈ, ਇੱਜ਼ਤ ਅਤੇ ਰਿਸ਼ਤੇ ਨੂੰ ਬਚਾਉਣ ਦੇ ਨਾਂ ਤੇ ਮਾਮਲਾ ਦਬਾ ਦਿੱਤਾ ਗਿਆ। ਕੁਝ ਰਿਸ਼ਤੇਦਾਰਾਂ ਨੇ ਵਿੱਚ ਆ ਕੇ ਕਿਹਾ, ਥੋੜਾ ਸਬਰ ਕਰੋ, ਸਭ ਠੀਕ ਹੋ ਜਾਏਗਾ। ਮਰਦ ਦਾ ਗੁੱਸਾ ਜ਼ਿਆਦਾ ਦੇਰ ਟਿਕਦਾ ਨਹੀਂ ਅਤੇ ਇਸੇ ਕੰਪਰੋਮਾਈਜ਼ ਦੀ ਕੋਸ਼ਿਸ਼ ਨੇ ਸਭ ਕੁਝ ਟੈਂਪਰੇਰੀ ਤੌਰ ਤੇ ਰੋਕ ਦਿੱਤਾ। ਪਰ ਸਤੀਸ਼ ਦਾ ਰਵੱਈਆ ਨਹੀਂ ਬਦਲਿਆ। ਆਖਰਕਾਰ ਅਤੁਲਿਆ ਨੇ ਖੁਦ ਨੂੰ ਸੰਭਾਲਣ ਦੇ ਲਈ ਇੰਡੀਆ ਪਰਤਣ ਦਾ ਫੈਸਲਾ ਕੀਤਾ। ਉਹ ਧੀ ਆਰਾਧਿਆ ਦੇ ਨਾਲ ਚਵਾਰਾ ਆਪਣੇ ਪੇਕੇ, ਆਪਣੇ ਮਾਤਾ-ਪਿਤਾ ਦੇ ਕੋਲ ਰਹਿਣ ਲੱਗੀ। ਉਸ ਨੂੰ ਲੱਗਿਆ ਕਿ ਸ਼ਾਇਦ ਦੂਰੀ ਹੀ ਹੁਣ ਬਿਹਤਰ ਰਸਤਾ ਹੈ। ਕੁਝ ਮਹੀਨਿਆਂ ਬਾਅਦ ਸਤੀਸ਼ ਵੀ ਇੰਡੀਆ ਆਇਆ। ਉਹ ਵਾਰ-ਵਾਰ ਮਾਫੀ ਮੰਗਦਾ, ਸਮਝਾਉਂਦਾ ਤੇ ਸਭ ਤੋਂ ਵੱਧ ਮਗਰਮੱਛ ਦੇ ਅਥਰੂ ਵਹਾਉਂਦਾ। ਕਹਿੰਦਾ ਮੈਂ ਬਦਲ ਜਾਊਂਗਾ, ਬਸ ਇੱਕ ਆਖਰੀ ਮੌਕਾ ਦੇ ਦੇ। ਉਹ ਕਹਿੰਦਾ UAE ਚੱਲ, ਸਭ ਠੀਕ ਕਰ ਦਵਾਂਗਾ ਮੈਂ। ਅਤੁਲਿਆ ਨੇ ਲੰਮੇ ਸਮੇਂ ਤੱਕ ਸੋਚ ਵਿਚਾਰ ਕੀਤਾ। ਉਸਨੇ ਆਪਣੇ ਭਵਿੱਖ ਤੋਂ ਜ਼ਿਆਦਾ ਧੀ ਦਾ ਫਿਊਚਰ
ਦੇਖਿਆ, ਉਸ ਨੂੰ ਲੱਗਿਆ ਕਿ ਜੇ ਪਰਿਵਾਰ ਨਾਲ ਰਹੇਗਾ ਤਾਂ ਸ਼ਾਇਦ ਸਭ ਠੀਕ ਹੋ ਜਾਏ ਅਤੇ ਇਸੇ ਉਮੀਦ ਵਿੱਚ ਉਸਨੇ ਉਸ ਨੂੰ ਇੱਕ ਆਖਰੀ ਮੌਕਾ ਦੇਣ ਦਾ ਫੈਸਲਾ ਕੀਤਾ। ਪਰ ਅਸਲੀ ਸੱਚਾਈ ਇਹ ਸੀ ਕਿ ਸਤੀਸ਼ ਬਦਲਿਆ ਨਹੀਂ ਸੀ, ਉਹ ਬਸ ਨਾਟਕ ਕਰ ਰਿਹਾ ਸੀ ਤਾਂ ਕਿ ਸਭ ਨੂੰ ਲੱਗੇ ਕਿ ਹੁਣ ਚੀਜ਼ਾਂ ਨਾਰਮਲ ਨੇ ਅਤੇ ਜਿਵੇਂ ਹੀ ਅਤੁਲਿਆ ਫਿਰ ਤੋਂ ਉਸ ਦੇ ਨਾਲ ਸ਼ਾਰਜਾ ਗਈ, ਪੁਰਾਣਾ ਪੈਟਰਨ ਪਰਤ ਆਇਆ। ਹੁਣ ਤਾਂ ਹਾਲਾਤ ਹੋਰ ਵੀ ਵਿਗੜ ਗਏ। ਨਸ਼ੇ ਵਿੱਚ ਤੋਂ ਸਤੀਸ਼ ਦਾ ਗੁੱਸਾ ਬੇਕਾਬੂ ਹੋ ਜਾਂਦਾ, ਉਹ ਚੀਜ਼ਾਂ ਤੋੜਦਾ, ਗਾਲਾਂ ਦਿੰਦਾ, ਧਮਕੀਆਂ ਦਿੰਦਾ ਕਿ ਉਹ ਸਭ ਕੁਝ ਖਤਮ ਕਰ ਦੇਗਾ। ਅਤੁਲਿਆ ਜਦੋਂ ਵੀ ਇਸ ਅਜਿਹੇ ਹਾਲਾਤ ਚੱਲਦੀ ਤਾਂ ਉਹ ਡਰ ਅਤੇ ਦਰਦ ਦੇ ਵਿੱਚ ਸਬੂਤ ਇਕੱਠਾ ਕਰਨ ਲੱਗਦੀ। ਉਹ ਮੋਬਾਈਲ ਤੋਂ ਵੀਡੀਓ ਬਣਾਉਂਦੀ, ਕਦੀ ਆਡੀਓ ਰਿਕਾਰਡ ਕਰਦੀ ਅਤੇ ਉਹਨਾਂ ਨੂੰ ਆਪਣੇ ਘਰ ਵਾਲਿਆਂ ਨੂੰ ਭੇਜ ਦਿੰਦੀ, ਜਿਵੇਂ ਆਪਣੇ ਡਰ ਦੀ ਗਵਾਹੀ ਖੁਦ ਦਰਜ ਕਰ ਰਹੀ ਹੋਵੇ। ਕਈ ਵਾਰ ਅਤੁਲਿਆ ਨੇ ਆਪਣੇ ਸਰੀਰ ਤੇ ਪਏ ਨੀਲੇ ਨਿਸ਼ਾਨ, ਖਰੋਚਾ ਅਤੇ ਸੁੱਜੇ ਹੋਏ ਹੱਥਾਂ ਦੀਆਂ ਤਸਵੀਰਾਂ ਰਿਕਾਰਡ ਕਰਕੇ ਆਪਣੇ ਪਰਿਵਾਰ ਨੂੰ ਭੇਜੀਆਂ। ਉਹ ਚਾਹੁੰਦੀ ਸੀ ਕਿ ਜੇ ਕਦੀ ਕੁਝ ਗਲਤ ਹੋ ਜਾਏ ਤਾਂ ਸੱਚ ਲੁਕਿਆ ਨਾ ਰਹੇ। ਹਰ ਵੀਡੀਓ, ਹਰ ਫੋਟੋ ਜਿਵੇਂ ਉਸਦੇ ਡਰ ਦਾ ਦਸਤਾਵੇਜ਼ ਬਣ ਗਈ। ਇਹ ਸਾਬਤ ਕਰਨ ਦੇ ਲਈ ਕਿ ਇਹ ਕੋਈ ਘਰੇਲੂ ਝਗੜਾ ਨਹੀਂ ਸੀ, ਬਲਕਿ ਇੱਕ ਸੀਰੀਅਸ ਪੈਟਰਨ ਸੀ ਕੰਟਰੋਲ, ਡਰ ਤੇ ਹਿੰਸਾ ਦਾ। ਪਰ ਜਦੋਂ ਦਰਦਨਾਕ ਘਟਨਾ ਸਾਹਮਣੇ ਆਈ ਅਤੇ ਪੁਲਿਸ ਦੀ ਪੁੱਛਗਿੱਛ ਸ਼ੁਰੂ ਹੋਈ ਤਾਂ ਸਤੀਸ਼ ਦਾ ਬਿਆਨ ਸਭ ਨੂੰ ਹੈਰਾਨ ਕਰ ਗਿਆ। ਉਸਨੇ ਕਿਹਾ, ਹਾਂ, ਜੋ ਤੁਸੀਂ ਵੀਡੀਓ ਦੇਖੀ ਹੈ ਉਹ ਸੱਚ ਹੈ, ਪਰ ਮੈਂ ਇਹ ਸਭ ਪਿਆਰ ਵਿੱਚ ਕੀਤਾ ਸੀ। ਇਹ ਮੇਰੀ ਪਾਗਲਪਨ ਵਾਲੀਆਂ ਹਰਕਤਾਂ ਸਨ। ਮੈਂ ਉਸ ਨੂੰ ਡਰਾਉਂਦਾ ਸੀ, ਪਰ ਮਾਰਨ ਦਾ ਇਰਾਦਾ ਮੇਰਾ ਨਹੀਂ ਸੀ। ਮੈਂ ਉਸ ਨਾਲ ਬਹੁਤ ਪਿਆਰ ਕਰਦਾ ਸੀ। ਇਹ ਬਿਆਨ ਜਿੰਨਾ ਅਜੀਬ ਸੀ, ਉਨਾ ਹੀ ਅਸਹਿਜ ਕਰਨ ਵਾਲਾ ਵੀ। ਇੱਕ ਪਾਸੇ ਉਸ ਦੇ ਕਬੂਲਨਾਮੇ ਵਿੱਚ ਹਿੰਸਾ ਦੀ ਅਸੈਪਟੈਂਸ ਸੀ ਅਤੇ ਦੂਜੇ ਪਾਸੇ ਉਸ ਹਿੰਸਾ ਨੂੰ ਪਿਆਰ ਦਾ ਰੂਪ ਦੱਸਣ ਦੀ ਕੋਸ਼ਿਸ਼। ਸਤੀਸ਼ ਨੇ ਅੱਗੇ ਜਾ ਕੇ ਸ਼ੱਕ ਵੀ ਜਤਾਇਆ, ਉਸ ਦੇ ਪਿੱਛੇ ਕੋਈ ਹੋਰ ਹੋ ਸਕਦਾ ਹੈ। ਪੁਲਿਸ ਨੂੰ ਉਸ ਐਂਗਲ ਤੋਂ ਵੀ ਜਾਂਚ ਕਰਨੀ ਚਾਹੀਦੀ ਹੈ। ਯਾਨੀ ਉਹ ਖੁਦ ਨੂੰ ਨਿਰਦੋਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਮੰਨੋ ਇਸ ਪੂਰੇ ਮਾਮਲੇ ਵਿੱਚ ਉਸ ਦਾ ਕੋਈ ਸਿੱਧਾ ਰੋਲ ਨਾ ਹੋਵੇ। ਪਰ ਸਵਾਲ ਇਹ ਸੀ ਕਿ ਜੇ ਉਸ ਦਿਨ ਪ੍ਰੈਕਟੀਕਲੀ ਉਸਨੇ ਕੁਝ ਨਹੀਂ ਵੀ ਕੀਤਾ ਤਾਂ ਕੀ ਉਸ ਦਾ ਮਾਈਂਡਸੈਟ ਤੇ ਬਿਹੇਵੀਅਰ ਉਸ ਪਾਸੇ ਵੱਲ ਇਸ਼ਾਰਾ ਕਰਦਾ ਸੀ? ਕਿ ਉਹ ਡਰ ਜੋ ਅਤੁਲਿਆ ਨੇ ਆਪਣੇ ਹਰ ਵੀਡੀਓ, ਹਰ ਨੋਟ ਵਿੱਚ ਦਰਜ ਕੀਤਾ ਸੀ, ਸਿਰਫ ਇੱਕ ਭ੍ਰਮ ਸੀ? ਹਰ ਸੰਕੇਤ, ਹਰ ਰਿਕਾਰਡਿੰਗ, ਹਰ ਸੱਟ ਇਹੀ ਕਹਿ ਰਹੀ ਸੀ, ਅਤੁਲਿਆ ਕਿਸੇ ਇੱਕ ਪਲ ਵਿੱਚ ਨਹੀਂ ਟੁੱਟੀ ਹੋਏਗੀ। ਇੰਨੇ ਸਾਲਾਂ ਦਾ ਜ਼ਹਿਰ ਹੌਲੀ-ਹੌਲੀ ਉਸ ਨੂੰ ਤੋੜ ਗਿਆ ਹੋਵੇਗਾ। ਆਖਰਕਾਰ ਜਦੋਂ ਸਤੀਸ਼ ਸ਼ੰਕਰ ਸ਼ਾਰਜਾ ਤੋਂ ਵਾਪਸ ਭਾਰਤ ਪਰਤਿਆ ਤਾਂ ਤਿਰੂਵਨੰਤਪੁਰਮ 에ਅਰਪੋਰਟ ਤੇ ਮਾਹੌਲ ਅਚਾਨਕ ਬਦਲ ਗਿਆ। ਪੁਲਿਸ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ। ਜਿਵੇਂ ਹੀ ਉਹ ਇਮੀਗ੍ਰੇਸ਼ਨ ਤੋਂ ਬਾਹਰ ਨਿਕਲਿਆ, ਅਫਸਰਾਂ ਨੇ ਉਸ ਦਾ ਨਾਂ ਪੁਕਾਰਿਆ, ਸਤੀਸ਼ ਸ਼ੰਕਰ। ਉਹ ਕੁਝ ਸਮਝ ਪਾਉਂਦਾ ਉਸ ਤੋਂ ਪਹਿਲਾਂ ਹੀ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ ਗਿਆ। ਹੱਥਕੜੀਆਂ ਦੀ ਆਵਾਜ਼ ਦੇ ਨਾਲ ਉਸ ਦੀ ਆਜ਼ਾਦੀ ਉੱਥੇ ਹੀ ਖਤਮ ਹੋ ਗਈ। ਖਬਰ ਫੈਲਦਿਆਂ ਹੀ ਪੂਰਾ ਕੇਰਲ ਸੰਨ ਰਹਿ ਗਿਆ। ਜਿਸ ਸ਼ਖਸ ਤੇ ਹੁਣ ਤੱਕ ਸਿਰਫ ਸ਼ੱਕ ਸੀ, ਉਹ ਹੁਣ ਕਸਬੇ ਵਿੱਚ ਸੀ। ਅਤੁਲਿਆ ਦੇ ਮਾਤਾ-ਪਿਤਾ ਨੇ ਪਹਿਲਾਂ ਹੀ ਕੇਸ ਦਰਜ ਕਰਵਾਇਆ ਹੋਇਆ ਸੀ, ਇਸ ਲਈ ਕੇਰਲ ਪੁਲਿਸ ਨੇ ਤੁਰੰਤ FIR ਫਾਈਲ ਕਰਾ ਦਿੱਤੀ। ਮੀਡੀਆ ਦੇ ਕੈਮਰੇ ਥਾਣੇ ਦੇ ਬਾਹਰ ਜੁਟ ਗਏ। ਲੋਕ ਸੋਸ਼ਲ ਮੀਡੀਆ ਤੇ ਲਿਖਣ ਲੱਗੇ, ਹੁਣ ਸ਼ਾਇਦ ਅਤੁਲਿਆ ਨੂੰ ਇਨਸਾਫ ਮਿਲੇਗਾ। ਪਰ ਅਜਿਹਾ ਅਕਸਰ ਸੱਚੀਆਂ ਕਹਾਣੀਆਂ ਵਿੱਚ ਹੁੰਦਾ ਹੈ। ਕੁਝ ਹੀ ਹਫ਼ਤਿਆਂ ਵਿੱਚ ਕਹਾਣੀ ਪਲਟ ਗਈ। ਕੋਰਟ ਨੇ ਸਤੀਸ਼ ਨੂੰ ਜ਼ਮਾਨਤ ਦੇ ਦਿੱਤੀ। ਜ਼ਮਾਨਤ ਦੀ ਸ਼ਰਤ ਉਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਹੋਵੇਗਾ, ਇਨਵੈਸਟੀਗੇਸ਼ਨ ਵਿੱਚ ਕੋਆਪਰੇਟ ਕਰਨਾ ਹੋਵੇਗਾ ਅਤੇ ਇੱਕ ਵੱਡਾ ਬੌਂਡ ਅਮਾਉਂਟ ਭਰਨਾ ਹੋਵੇਗਾ। ਸਾਰੇ ਕਾਨੂੰਨੀ ਫਾਰਮੈਲਿਟੀਜ਼ ਦੇ ਬਾਅਦ ਉਹ ਸ਼ਖਸ ਜੋ ਕਦੀ ਅਤੁਲਿਆ ਦੀ ਜ਼ਿੰਦਗੀ ਵਿੱਚ ਡਰ ਦਾ ਦੂਜਾ ਨਾਮ ਸੀ, ਹੁਣ ਫਿਰ ਤੋਂ ਆਜ਼ਾਦ ਸੀ। ਇਹ ਖਬਰ ਜਦੋਂ ਬਾਹਰ ਆਈ ਤਾਂ ਲੋਕਾਂ ਨੂੰ ਜਿਵੇਂ ਕਿਸੇ ਨੇ ਅੰਦਰ ਤੱਕ ਹਿਲਾ ਦਿੱਤਾ। ਲੋਕ ਪੁੱਛਣ ਲੱਗੇ ਕਿ ਇਹੀ ਨਿਆਂ ਹੈ ਜਿਸ ਤੇ ਇੰਨੇ ਸਬੂਤ ਨੇ, ਜਿਸ ਦੇ ਖਿਲਾਫ ਵੀਡੀਓ, ਵੌਇਸ ਨੋਟਸ, ਸਭ ਕੁਝ, ਪੋਸਟਮਾਰਟਮ ਰਿਪੋਰਟ, ਸਭ ਕੁਝ ਹੈ, ਉਹ ਬਾਹਰ ਘੁੰਮ ਰਿਹਾ ਹੈ। ਸੜਕ ਤੇ ਚੱਲਦਾ ਸਤੀਸ਼ ਹੁਣ ਕਾਨੂੰਨੀ ਤੌਰ ਤੇ ਫ੍ਰੀ ਸੀ, ਪਰ ਅਤੁਲਿਆ ਦੀ ਕਹਾਣੀ ਫਿਰ ਤੋਂ ਸਵਾਲਾਂ ਦੇ ਬੋਝ ਥੱਲੇ ਦਬ ਗਈ ਸੀ। ਅਤੁਲਿਆ ਦੀ ਕਹਾਣੀ ਕਿਸੇ ਇੱਕ ਕੁੜੀ ਦੀ ਨਹੀਂ, ਬਲਕਿ ਉਹਨਾਂ ਹਜ਼ਾਰਾਂ ਆਵਾਜ਼ਾਂ ਦੀ ਦਾਸਤਾਨ ਹੈ ਜੋ ਘਰ ਦੀ ਚਾਰ ਦੀਵਾਰੀ ਵਿੱਚ ਹਰ ਦਿਨ ਚੁੱਪਚਾਪ ਦਮ ਤੋੜ ਦਿੰਦੀਆਂ ਨੇ। ਉਸਨੇ ਹਰ ਕਦਮ ਤੇ ਸਮਝੌਤੇ ਕੀਤੇ, ਉਮੀਦ ਕੀਤੀ ਕਿ ਪਿਆਰ ਬਦਲੇਗਾ, ਇਨਸਾਨ ਸੁਧਰੇਗਾ, ਪਰ ਜੋ ਰਿਸ਼ਤਾ ਡਰ, ਕੰਟਰੋਲ ਅਤੇ ਹਿੰਸਾ ਤੇ ਟਿਕਿਆ ਹੋਵੇ ਉਹ ਕਦੀ ਸੁਰੱਖਿਅਤ ਨਹੀਂ ਬਣ ਸਕਦਾ। ਉਸ ਦੀ ਮੌਤ ਨੇ ਇੱਕ ਵਾਰ ਫਿਰ ਸਮਾਜ ਦੇ ਉਸ ਅੰਨੇ ਪਹਿਲੂ ਨੂੰ ਉਜਾਗਰ ਕੀਤਾ ਜਿੱਥੇ ਐਡਜਸਟਮੈਂਟ ਨੂੰ ਸੰਸਕਾਰ ਮੰਨ ਲਿਆ ਗਿਆ ਹੈ ਅਤੇ ਹਿੰਸਾ ਨੂੰ ਨਿੱਜੀ ਮਾਮਲਾ ਕਹਿ ਕੇ ਟਾਲ ਦਿੱਤਾ ਜਾਂਦਾ ਹੈ। ਅਤੁਲਿਆ ਨੇ ਆਪਣੇ ਆਖਰੀ ਦਿਨਾਂ ਤੱਕ ਸਬੂਤ ਛੱਡ ਕੇ ਇਹ ਦਿਖਾਇਆ ਕਿ ਸੱਚ ਕਦੀ ਪੂਰੀ ਤਰ੍ਹਾਂ ਲੁਕਾਇਆ ਨਹੀਂ ਜਾ ਸਕਦਾ, ਬਸ ਦੇਰ ਲੱਗਦੀ ਹੈ ਉਸ ਨੂੰ ਸਾਹਮਣੇ ਆਉਣ ਵਿੱਚ। ਹੁਣ ਇਹ ਕੇਸ ਸਟੇਟ ਕ੍ਰਾਈਮ ਬ੍ਰਾਂਚ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਅਤੁਲਿਆ ਨੇ ਖੁਦ ਨੂੰ ਖਤਮ ਕੀਤਾ ਇਸ ਬੰਦੇ ਤੋਂ ਦੁਖੀ ਹੋ ਕੇ, ਜਾਂ ਇਸੇ ਨੇ ਹੀ ਇਸ ਵਿਚਾਰੀ ਦੀ ਜ਼ਿੰਦਗੀ ਖੋਲੀ, ਜਾਂ ਫਿਰ ਸਤੀਸ਼ ਬਚ ਹੀ ਜਾਏਗਾ, ਕੁਝ ਪਤਾ ਨਹੀਂ। ਅੱਜ ਉਸ ਦੇ ਕੇਸ ਦੀਆਂ ਫਾਈਲਾਂ ਭਾਵੇਂ ਕੋਰਟ ਦੀ ਮੇਜ਼ ਤੇ ਹੋਣ, ਪਰ ਉਸ ਦੇ ਸਵਾਲ ਅਜੇ ਵੀ ਹਵਾ ਵਿੱਚ ਗੂੰਜ ਰਹੇ ਨੇ। ਕਦੋਂ ਤੱਕ ਇਹ ਸਭ, ਕਦੋਂ ਤੱਕ ਪਿਆਰ ਦੇ ਨਾਂ ਤੇ ਦਰਦ ਨੂੰ ਨਾਰਮਲ ਮੰਨਿਆ ਜਾਏਗਾ? ਅਤੁਲਿਆ ਹੁਣ ਨਹੀਂ ਹੈ, ਪਰ ਉਸ ਦੀ ਕਹਾਣੀ ਹਰ ਉਸ ਆਵਾਜ਼ ਨੂੰ ਹਿੰਮਤ ਦਿੰਦੀ ਹੈ ਜੋ ਡਰ ਦੇ ਪਰਛਾਵੇਂ ਵਿੱਚ ਜੀ ਰਹੀ ਹੈ ਕਿ ਸਹਿਣਾ ਸੋਲੂਸ਼ਨ ਨਹੀਂ, ਬੋਲਣਾ ਸ਼ੁਰੂਆਤ ਹੁੰਦੀ ਹੈ। ਉਹ ਮੁਲਜ਼ਮ ਹੈ, ਮੁਜਰਮ ਅਜੇ ਨਹੀਂ ਹੈ। ਉਹ ਆਜ਼ਾਦ ਹੈ ਤੇ ਉਸ ਦੀ ਆਜ਼ਾਦੀ ਤੰਗ ਕਰਦੀ ਹੈ। ਕਾਨੂੰਨ ਤੋਂ ਉੱਪਰ ਕੁਝ ਨਹੀਂ, ਪਰ ਉਸ ਦੀ ਆਜ਼ਾਦੀ ਤੰਗ ਕਰਦੀ ਹੈ, ਬਹੁਤ ਤੰਗ ਕਰਦੀ ਹੈ। ਵਾਹਿਗੁਰੂ ਜੀ, ਇੱਥੇ ਤਾਂ ਇਨਸਾਫ ਬਣਦਾ ਹੈ ਨਾ। ਵਾਹਿਗੁਰੂ ਸਮਤ ਬਖਸ਼ਣ। ਤੁਸੀਂ ਵੇਖ ਰਹੇ ਹੋ ਕੈਮਰਾ ਆਲ ਇਨਸਾਫ ਜੀ।